ਵਾਹਿਗੁਰੂ 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 ਵਾਹਿਗੁਰੂ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਹੈ ਐਸ਼ ਅਰਸ਼। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ, ਵਾਲੇ ਕੁਲ ਆਲਮ ਪੈਗੰਬਰੇ ਕਾਇਨਾਤ ਸ੍ਰਿਸ਼ਟੀ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਹਜੂਰ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਆਓ ਭਾਈ ਇੱਕ ਦਫਾ ਫਿਰ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਜੀ। ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਜੀ। ਦੋਵੇਂ ਹੱਥ ਜੋੜ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੀਸ ਨਿਵਾਉਂਦੇ ਹੋਏ ਬੜੇ ਅਦਬ ਦੇ ਨਾਲ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਬੰਦੀ ਛੋੜ ਦਾਤਾ ਜੀ ਉਹਨਾਂ ਦਾ ਪਾਵਨ ਇਤਿਹਾਸ ਆਪਾਂ ਪਿਛਲੇ ਕੁਝ ਦਿਨਾਂ ਤੋਂ ਸ਼ਰਵਨ ਕਰ ਰਹੇ ਹਾਂ ਔਰ ਆਪ ਜੀਆਂ ਨੇ ਕੱਲ ਤੱਕ ਸ਼ਰਵਨ ਕੀਤਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਦੇ ਸੱਦੇ ਤੇ ਦਿੱਲੀ ਪਹੁੰਚੇ ਨੇ। ਹਾਲਾਂਕਿ ਇਸ ਸਾਰੇ ਮਿਲਾਪ ਦੇ ਪਿੱਛੇ ਚੰਦੂ ਦੀ ਦੁਸ਼ਟ ਨੀਤੀ ਸੀ। ਉਹਨੇ ਸੋਚਿਆ ਸੀ ਬਾਦਸ਼ਾਹ ਗੁਰੂ ਪਾਤਸ਼ਾਹ ਜੀ ਦੇ ਖਿਲਾਫ ਭੜਕੇਗਾ। ਕੰਨ ਭਰੇ ਸਨ ਚੰਦੂ ਨੇ, ਪਰੰਤੂ ਬਾਦਸ਼ਾਹ ਤੇ ਸਤਿਗੁਰੂ ਜੀ ਦੇ ਸੰਗ ਰਲ ਕੇ ਸ਼ਿਕਾਰ ਖੇਡਦਾ ਹੈ। ਆਪਣੇ ਤਖਤ ਦੇ ਬਰਾਬਰ ਗੁਰੂ ਸਾਹਿਬ ਜੀ ਨੂੰ ਬਿਠਾਉਂਦਾ ਹੈ। ਹਰ ਵੇਲੇ ਸਤਿਗੁਰੂ ਦੇ ਦਰਸ਼ਨ ਲੋਚਦਾ ਹੈ। ਇਹ ਦੇਖ ਕਰਕੇ ਚੰਦੂ ਬਹੁਤ ਜ਼ਿਆਦਾ ਦੁਖੀ ਹੋਇਆ। ਸ਼ਿਕਾਰ ਖੇਡਣ ਗਏ ਇੱਕ ਖੂੰਖਾਰ ਸ਼ੇਰ, ਜਿਹਦੇ ਸਾਹਮਣੇ ਅੱਜ ਤੱਕ ਕੋਈ ਟਿਕਿਆ ਨਹੀਂ ਸੀ। ਮਹਾਰਾਜ ਜੀ ਨੇ ਪਲਾਂ ਦੇ ਵਿੱਚ ਉਹਨੂੰ ਸ਼ੇਰ ਨੂੰ ਦੋ ਫਾੜ ਕਰਕੇ ਜ਼ਮੀਨ ਤੇ ਸੁੱਟ ਦਿੱਤਾ। ਬਾਦਸ਼ਾਹ ਸਤਿਗੁਰੂ ਦਾ ਹੋਰ ਮਰੀਦ ਹੋ ਗਿਆ। ਇੱਥੇ ਇੱਕ ਸਿੱਖ ਜਦੋਂ ਸਤਿਗੁਰੂ ਮਹਾਰਾਜ ਜੀ ਜਹਾਂਗੀਰ ਬਾਦਸ਼ਾਹ ਨਾਲ ਹੈ, ਦੂਰ ਡੇਰੇ ਲਗਾਏ ਹੋਏ ਸਨ। ਇੱਕ ਪਾਸੇ ਤੰਬੂ ਜਹਾਂਗੀਰ ਦਾ ਲੱਗਾ ਏ, ਇੱਕ ਪਾਸੇ ਸਤਿਗੁਰੂ ਦੇ ਆਸਣ ਨੇ। ਇੱਕ ਗਰੀਬ ਕਾਹੀ ਦਰਸ਼ਨਾਂ ਦੇ ਲਈ ਆਇਆ। ਕਹਿੰਦੇ ਨੇ ਪਹਿਲੇ ਜਹਾਂਗੀਰ ਬਾਦਸ਼ਾਹ ਦੇ ਤੰਬੂ 'ਚ ਚਲਾ ਗਿਆ। ਸਿਪਾਹੀਆਂ ਨੇ ਨਾ ਰੋਕਿਆ। ਬਾਦਸ਼ਾਹ ਨੇ ਕਿਹਾ ਸੀ ਕੋਈ ਵੀ ਫਰਿਆਦੀ ਆਵੇ ਰੋਕਣਾ ਨਹੀਂ ਹੈ। ਉਹਨੇ ਜਾ ਕੇ ਇੱਕ ਟਕਾ ਟੇਕਿਆ ਹੈ। ਪਹਿਲੀ ਦਫਾ ਦਰਸ਼ਨ ਕਰਨੇ ਸਨ।
ਜਹਾਂਗੀਰ ਨੂੰ ਗੁਰੂ ਸਾਹਿਬ ਜੀ ਸਮਝ ਕੇ ਇੱਕ ਟਾਕਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਮੇਰਾ ਪਰਲੋਕ ਸਵਾਰ ਦਿਓ, ਜੀਵਨ ਮੁਕਤ ਹੋ ਜਾਵੇ। ਹੁਣ ਜਹਾਂਗੀਰ ਵੀ ਸਮਝ ਗਿਆ ਵੀ ਇਹ 6ਵੇਂ ਪਾਤਸ਼ਾਹ ਦਾ ਭੁਲੇਖਾ ਖਾ ਕੇ ਮੇਰੇ ਕੋਲ ਆਇਆ ਹੈ। ਕਹਿਣ ਲੱਗਾ, ਸੱਜਣਾ ਮੈਂ ਤੇ ਦੁਨਿਆਵੀ ਬਾਦਸ਼ਾਹ ਹਾਂ, ਜਿਨ੍ਹਾਂ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਦੂਸਰੇ ਪਾਸੇ ਤੰਬੂ ਵਿੱਚ ਨੇ, ਉਹਨਾਂ ਦਾ ਆਸਨ ਅੱਡ ਲੱਗਾ ਹੋਇਆ ਹੈ। ਹਾਂ, ਧਨ ਮਾਲ ਦੁਨਿਆਵੀ ਪਦਾਰਥ ਜੋ ਚਾਹੀਦਾ ਹੈ ਮੈਂ ਤੇਰਾ ਇਹ ਲੋਕ ਸਵਾਰ ਸਕਦਾ ਹਾਂ, ਪਰ ਲੋਕ ਨਹੀਂ। ਇੰਨਾ ਸੁਣ ਕੇ ਗਰੀਬ ਕਾਹੀ ਨੇ ਉਹ ਟਕਾ ਬਾਦਸ਼ਾਹ ਦੇ ਅੱਗੋਂ ਚੁੱਕ ਲਿਆ। ਥੋੜਾ ਜਿਹਾ ਬਾਦਸ਼ਾਹ ਕਹਿਣ ਲੱਗਾ, ਨਹੀਂ ਭਾਈ, ਇਹ ਭੇਟਾ ਪਈ ਰਹਿਣ ਦੇ, ਬਦਲੇ ਵਿੱਚ ਦੱਸ ਤੈਨੂੰ ਕਿੰਨੀਆਂ ਸੋਨੇ ਦੀਆਂ ਮੋਹਰਾਂ ਦਈਏ, ਕੀ ਪਦਾਰਥ ਦਈਏ, ਜੋ ਦੌਲਤ ਚਾਹੀਦੀ ਹੈ ਦੱਸ, ਭੇਟਾ ਨਾ ਚੁੱਕੀ। ਪਰ ਭਾਵਨਾ ਉਸ ਸਿੱਖ ਦੀ ਕਹਿਣ ਲੱਗਾ, ਨਹੀਂ, ਇਹ ਤੇ ਸਤਿਗੁਰੂ ਦੇ ਅੱਗੇ ਹੀ ਸਜਦਾ ਕਰਕੇ ਟੇਕਾਂਗਾ। ਮਹਾਰਾਜ ਜੀ ਦੇ ਹਜ਼ੂਰ ਚਲਿਆ ਗਿਆ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਾਮ ਦਾਨ ਪ੍ਰਾਪਤ ਕਰਕੇ ਸਿੱਖ ਨਿਹਾਲ ਹੋਇਆ। ਇਥੋਂ ਬਾਦਸ਼ਾਹ ਦੀ ਹੋਰ ਸ਼ਰਧਾ ਵੱਧ ਗਈ। ਇੱਕ ਗਰੀਬ ਕਾਹੀ ਸਤਿਗੁਰੂ ਦੇ ਚਰਨਾਂ ਵਿੱਚ ਇਤਨਾ ਜ਼ਿਆਦਾ ਨਿਸ਼ਾਵਰ ਹੋਇਆ, ਉਹਨੇ ਮੇਰੀ ਸਾਰੀ ਦੌਲਤ ਧਨ ਮਾਲ ਠੁਕਰਾ ਦਿੱਤਾ। ਸੋ ਉਧਰ ਚੰਦੂ ਨੂੰ ਬਾਦਸ਼ਾਹ ਦੀ ਅਤੇ ਗੁਰੂ ਮਹਾਰਾਜ ਜੀ ਦੀ ਇਹ ਨੇੜਤਾ ਸੁਖਾਂਦੀ ਨਹੀਂ ਸੀ। ਆਓ ਬੜੇ ਪਿਆਰ ਦੇ ਨਾਲ ਚੰਦੂ ਜੋ ਚਾਲਾਂ ਚੱਲ ਰਿਹਾ ਹੈ, ਅਗਲਾ ਇਤਿਹਾਸ ਸ਼੍ਰਵਣ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਿਨ ਪ੍ਰਤ ਪਿਖ ਇਖਲਾਸ ਕੋ, ਜਹਾਂਗੀਰ ਗੁਰ ਕੇਰ ਅਦਬ ਕਰਹਿ ਉਮਰਾਵ ਸਭ ਬੰਦੇ ਜਬ ਹੂੰ ਹੇਰ। ਦਿਨ ਪ੍ਰਤ ਪਿਖ ਇਖਲਾਸ ਕੋ ਕਹਿੰਦੇ ਦਿਨ ਰਾਤ ਜਹਾਂਗੀਰ ਅਤੇ ਗੁਰੂ ਮਹਾਰਾਜ ਜੀ ਦੀ ਸੱਜਣਤਾਈ ਮੇਲ ਮਿਲਾਪ ਵੱਧਦਾ ਦੇਖ ਕੇ ਸਾਰੇ ਅਮੀਰ ਵਜ਼ੀਰ ਗੁਰੂ ਮਹਾਰਾਜ ਜੀਆਂ ਨੂੰ ਝੁਕ ਕੇ ਸਜਦਾ ਕਰਦੇ ਨੇ, ਮਹਾਰਾਜ ਜੀਆਂ ਦਾ ਆਦਰ ਕਰਦੇ ਹਨ। ਚੰਦੂ ਕੇ ਮੇਲੀ ਦੁਖ ਹੈ ਨਿੰਦਕ ਅਪਰ ਵਿਸਾਲ, ਜਥਾ ਚੋਰ ਪਿਖ ਚੰਦ ਕੋ ਜਾਣੇ ਦੁਖਤ ਕਰਾਲ। ਚੰਦੂ ਦੇ ਸੰਗੀ ਅਤੇ ਨਿੰਦਕ ਬਹੁਤ ਦੁਖੀ ਹੁੰਦੇ ਸਨ। ਚੰਦੂ ਦੇ ਨਾਲ ਜਿਹੜੇ ਚੰਡਾਲ ਰਲੇ ਹੋਏ ਸਨ, ਉਹ ਜਦੋਂ ਬਾਦਸ਼ਾਹ ਦੀ ਸੱਜਣਤਾਈ ਸਤਿਗੁਰੂ ਦੇ ਨਾਲ ਜਾਂ ਹੋਰ ਵਜ਼ੀਰਾਂ ਦਾ ਸਤਿਗੁਰੂ ਜੀ ਦਾ ਅਦਬ ਕਰਨਾ ਦੇਖਦੇ ਸਨ, ਸਾਰੇ ਬੜਾ ਦੁਖੀ ਹੋ ਰਹੇ ਸਨ ਜੀ। ਚੌਪਈ ਚੰਦੂ ਸੁਨਹਿ ਸ਼ਾਹੂ ਕੋ ਮੇਲ, ਕਰਹਿ ਅਖੇਰ ਹੋਏ ਗੁਰ ਗੈਲ। ਚੰਦੂ ਗੁਰੂ ਜੀ ਅਤੇ ਬਾਦਸ਼ਾਹ ਦੇ ਮਿਲਾਪ ਬਾਰੇ ਸੁਣਦਾ ਸੀ ਕਿ ਬਾਦਸ਼ਾਹ ਜੀ ਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਜਾਂਦਾ ਹੈ। ਸੋ ਇਸ ਪ੍ਰਕਾਰ ਕਹਿੰਦੇ ਨੇ, ਦਰਬ ਪੰਚ ਸੈਨੀਤ ਪੁਚਾਵੈ, ਕਹੇ ਮਧੁਰ ਸਨਮਾਨ ਵਧਾਵੈ। ਤੇ ਹਰ ਰੋਜ਼ ਜਹਾਂਗੀਰ ਬਾਦਸ਼ਾਹ 500 ਰੁਪਏ ਨਿਤ ਦੇ ਗੁਰੂ ਮਹਾਰਾਜ ਜੀ ਦੇ ਪਾਸ ਪਹੁੰਚਾਉਂਦਾ ਹੈ, ਬੜਾ ਉਹਨਾਂ ਦਾ ਸਨਮਾਨ ਕਰਦਾ ਹੈ। ਇਹ ਗੱਲਾਂ ਜਦੋਂ ਚੰਦਰੇ ਚੰਦੂ ਨੂੰ ਪਤਾ ਚੱਲੀਆਂ ਨੇ, ਉਹ ਬਹੁਤ ਜ਼ਿਆਦਾ ਅਤਿਅੰਤ ਦੁਖੀ ਹੋਇਆ ਹੈ ਜੀ। ਮਮ ਪ੍ਰਾਨ ਕੋ ਸ਼ਤਰੂ ਮਹਾ, ਸ਼ਾਹੋ ਸੰਗ ਮਿਲ ਧਨ ਗਿਆਨ ਲਹਾ। ਕਿਉਂਕਿ ਉਹ ਜਾਣਦਾ ਸੀ ਪਾਪ ਬੁਰਾ ਪਾਪੀ ਕੋ ਪਿਆਰਾ। ਇਹ ਪਾਪੀ ਹੈ, ਇਹਨੂੰ ਪਾਪ ਚੰਗੇ ਲੱਗਦੇ ਸਨ, ਪਰ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਤੇ ਉਛਲਦਾ ਹੈ ਨਾ, ਉਦੋਂ ਪਾਪੀ ਨੂੰ ਲੈ ਬਹਿੰਦਾ ਹੈ। ਇਹਨੂੰ ਇਹਦੇ ਆਪਣੇ ਪਾਪ ਡਰਾਉਂਦੇ ਸਨ ਚੰਦੂ ਨੂੰ। ਇਹ ਜਾਣਦਾ ਸੀ ਕਿ ਅੱਜ ਨਹੀਂ ਤੇ ਕੱਲ ਮੇਰੇ ਪ੍ਰਾਣ ਗੁਰੂ ਮਹਾਰਾਜ ਜੀ ਦੇ ਹੱਥੋਂ ਨਿਕਲਨੇ ਨੇ।
पापी अपने पापा तो डरदा होया दुष्ट चंदू इस प्रकार सतगुरु महाराज जी ਅਤੇ ਬਾਦਸ਼ਾਹ ਦਾ ਵੱਧ ਰਿਹਾ ਸਨੇਹ ਦੇਖ ਕਰਕੇ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ। ਬਿਨ ਉਪਾਏ ਬਿਨ ਚਿੰਤ ਜੇ ਰਹੋ ਨਹੀਂ ਬਚੋ ਤਿਨ ਤੇ ਦੁਖ ਸਹੋ। ਤੇ ਕਹਿੰਦੇ ਨੇ ਚੰਦੂ ਵੀ ਇਹ ਸੋਚਦਾ ਹੈ ਵੀ ਬਿਨਾ ਕੋਈ ਉਪਾਅ ਕੀਤੇ ਹੁਣ ਬਚਾ ਨਹੀਂ ਜੀ ਹੋਣਾ। ਸੋ ਕੋਈ ਉਪਾਅ ਕੀਤੇ ਬਿਨਾ ਕਿਵੇਂ ਰਹਿ ਸਕਦਾ ਸੀ। ਜੇ ਉਪਾਅ ਨਾ ਕੀਤਾ ਮਸਲਾ ਹੱਲ ਨਾ ਕੀਤਾ ਮੇਰੇ ਪ੍ਰਾਨ ਨਹੀਂ ਬਚਣਗੇ। ਮੈਂ ਬਨ ਚੁਗਲ ਮੁਗਲ ਪਤ ਪਾਸ ਚੁਗਲੇ ਉਗਲੇ ਬੋਲਿਓ ਤਾਸ। ਸੋ ਇਸ ਪ੍ਰਕਾਰ ਕਹਿਣ ਲੱਗੇ ਕਿ ਮੈਂ ਚੁਗਲ ਬਨ ਕੇ ਮੁਗਲ ਬਾਦਸ਼ਾਹ ਪਾਸ ਚੁਗਲੀ ਉਗਲ ਕੇ ਗੁਰੂ ਜੀ ਦੇ ਬਾਬਤ ਕਿਹਾ ਸੀ। ਇੱਥੇ ਸਤਿਗੁਰੂ ਮਹਾਰਾਜ ਜੀ ਨੂੰ ਦਿੱਲੀ ਬੁਲਾਉਣ ਵਿੱਚ ਇਹਦੀਆਂ ਚੁਗਲੀਆਂ ਇਹਦੀ ਸਾਜ਼ਿਸ਼ ਸੀ। ਉਹ ਸਾਰਾ ਕੁਝ ਜੋ ਇਹਨੇ ਸੋਚਿਆ ਸੀ ਮਹਾਰਾਜ ਆ ਵੀ ਗਏ ਪਰ ਹੁਣ ਸਾਰਾ ਕੁਝ ਇਹਦੀ ਸੋਚ ਤੋਂ ਉਲਟ ਹੋ ਰਿਹਾ ਸੀ। ਬੁਰਾ ਕਰਨ ਕਿਸ ਕੀਨ ਉਪਾਏ ਭਲਾ ਵਿਸਾਲ ਬਨਤ ਨਿਤ ਜਾਏ। ਮੈਂ ਤੇ ਗੁਰੂ ਮਹਾਰਾਜ ਜੀ ਦਾ ਬੁਰਾ ਕਰਨ ਦੇ ਲਈ ਇਹ ਸਾਰੇ ਉਪਾਅ ਕੀਤੇ ਸਨ, ਸਾਰੀਆਂ ਚਾਲਾਂ ਚੱਲੀਆਂ ਸਨ ਪਰ ਬੁਰੇ ਦੀ ਥਾਂ ਤੇ ਸਾਰਾ ਭਲਾ ਹੀ ਹੋ ਰਿਹਾ ਹੈ। ਇਮ ਗਿਣਤੀ ਕੋ ਗਿਣਤ ਹਮੇਸ਼ ਸੰਕਟ ਚਿੰਤਾ ਜਿਸ ਹੈ ਵਿਸ਼ੇਸ਼। ਤੇ ਕਹਿੰਦੇ ਨੇ ਇਸ ਤਰ੍ਹਾਂ ਗਿਣਤੀਆਂ ਮਿੰਤੀਆਂ ਗਿਣਦਾ ਹੋਇਆ ਚੰਦੂ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦਾ ਹੈ। ਔਰ ਇਸ ਪ੍ਰਕਾਰ ਗਿਣਤ ਗਟੀ ਕੋ ਜਤਨ ਵਿਚਾਰਾ ਮਿਲਿਓ ਨਜੂਮੀ ਸੋਹਿਤ ਤਾਰਾ। ਗਿਣਤੀਆਂ ਗਿਣਦਿਆਂ ਇੱਕ ਜਤਨ ਤੇ ਵਿਚਾਰ ਕੀਤੀ। ਕਹਿੰਦੇ ਨੇ ਮੈਂ ਨਜੂਮੀ ਦੇ ਪਾਸ ਪ੍ਰੇਮ ਧਾਰ ਕੇ ਜਾਣਾ ਹਾਂ। ਨਜੂਮੀ ਜੋ ਚੰਗੇ ਮਾੜੇ ਸਮੇਂ ਦੀ ਆਉਣ ਜਾਣ ਵਾਲੇ ਸਮੇਂ ਦੀ ਬਾਦਸ਼ਾਹ ਨੂੰ ਖਬਰ ਦੇਣ ਵਾਲਾ ਬਾਦਸ਼ਾਹ ਦੀ ਨੇੜਤਾ ਵਾਲਾ ਸੀ, ਜੋ ਹਰ ਬਾਦਸ਼ਾਹ ਦੇ ਸੁੱਖ ਦੁੱਖ ਦੇ ਸਮੇਂ ਦੇ ਉਪਾਅ ਬਾਦਸ਼ਾਹ ਨੂੰ ਦੱਸਦਾ ਰਹਿੰਦਾ ਸੀ। ਕਹਿਣ ਲੱਗੇ ਨੇ ਵੀ ਇਹ ਚੰਦੂ ਚੰਦਰਾ ਵਿਚਾਰਦਾ ਹੈ ਵੀ ਮੈਂ ਨਜੂਮੀ ਨੂੰ ਜਾ ਕੇ ਮਿਲਾਂਗਾ। ਨਿਸਮੈ ਤਿਮਰ ਭਏ ਘਰ ਗਇਓ ਦਰਬ ਪੰਚ ਸਹਿ ਤਿਸ ਕੋ ਦਇਓ। ਕਹਿੰਦੇ ਨੇ ਰਾਤ ਦਾ ਹਨੇਰਾ ਹੋਣ ਤੇ ਨਜੂਮੀ ਦੇ ਘਰੇ ਇਹ ਚੰਦੂ ਗਿਆ ਏ। 500 ਰੁਪਈਆ ਪਹਿਲਾਂ ਉਸ ਨੂੰ ਜਾ ਕੇ ਦਿੱਤਾ ਏ। ਉਹਨਾਂ ਸਮਿਆਂ ਦੇ ਵਿੱਚ ਉਸ ਸਮੇਂ ਦੇ ਹਿਸਾਬ ਦੇ ਨਾਲ 500 ਬੜੀ ਵੱਡੀ ਰਕਮ ਸੀ। 500 ਰੁਪਈਆ ਨਜੂਮੀ ਨੂੰ ਦਿੱਤਾ ਏ ਤੇ ਇਸ ਪ੍ਰਕਾਰ ਹੋਇ ਲਚਾਰ ਮੈਂ ਤੁਝ ਟਿਗ ਆਇਓ ਬਨ ਸਹਾਏ ਅਬ ਹਉ ਸਰਨਾਇਓ। ਤੇ ਨਜੂਮੀ ਨੂੰ ਚੰਦੂ ਕਹਿਣ ਲੱਗਾ ਵੀ ਮੈਂ ਲਾਚਾਰ ਹੋ ਕੇ ਤੇਰੇ ਕੋਲ ਆਇਆ ਹਾਂ, ਮੈਂ ਬਹੁਤ ਵੱਡੇ ਸੰਕਟ ਦੇ ਵਿੱਚ ਹਾਂ, ਹੁਣ ਮੇਰਾ ਭਲਾ ਤੇਰੇ ਹੱਥ ਵਿੱਚ ਹੈ, ਇਸ ਲਈ ਮੇਰਾ ਉਪਾਅ ਤੂੰ ਕਰ ਸਕਦਾ ਹੈ, ਮੇਰੇ ਤੇ ਉਪਕਾਰ ਕਰ ਸਕਦਾ ਹੈ। ਤੇ ਇੱਥੇ ਕਵੀ ਜੀ ਕਹਿੰਦੇ ਨੇ ਚਿੱਤ ਦੇ ਕਰੋ ਇਹੀ ਉਪਕਾਰ ਅਪੁਰ ਦਿਉ ਧਨ 5000। ਇੱਕ ਵਾਰ ਮੈਨੂੰ ਸੰਕਟ ਵਿੱਚੋਂ ਕੱਢ, ਮੇਰਾ ਭਲਾ ਕਰ, 5000 ਰੁਪਈਆ ਮੈਂ ਤੈਨੂੰ ਹੋਰ ਦੇਵਾਂਗਾ। ਬੜੀ ਵੱਡੀ ਰਕਮ ਉਦੋਂ ਦੀ। ਇੱਕ ਵਾਰ ਤੂੰ ਮੇਰਾ ਬਚਾਅ ਕਰ। ਸੁਣਤ ਨਜੂਮੀ ਬੋਲਨ ਕੀਨ ਸ਼ਾਹੋ ਦੀਵਾਨ ਭਏ ਕਿਮ ਦੀਨ। ਕਹਿੰਦੇ ਨੇ ਇਹ ਸੁਣ ਕੇ ਨਜੂਮੀ ਹੈਰਾਨ ਹੋਇਆ। ਕਹਿਣ ਲੱਗਾ ਭਾਈ ਬਾਦਸ਼ਾਹ ਦੇ ਦੀਵਾਨ ਕਿਵੇਂ ਦੀਨ ਹੋ ਗਏ ਨੇ। ਸਿਰ ਕੇ ਜੋਰ ਕਰੋ ਤੁਮ ਕਾਜਾ ਫੇਰ ਸ਼ਾਹੋ ਮਤ ਸਹਿਤ ਸਮਾਜਾ। ਤੇ ਜਿਹੜਾ 500 ਰੁਪਈਆ ਪਹਿਲੇ ਆ ਕੇ ਭੇਟਾ ਕਰ ਦਿੱਤਾ ਸੀ, ਨਜੂਮੀਏ ਨੂੰ ਦੇ ਦਿੱਤਾ ਸੀ, ਹੁਣ ਉਹ 500 ਦਾ ਅਸਰ ਨਜੂਮੀਏ ਦੀ ਜ਼ੁਬਾਨ ਚੋਂ ਨਿਕਲ ਰਿਹਾ ਹੈ। ਕਹਿਣ ਲੱਗਾ ਇੱਕ ਵਾਰ ਦੱਸ ਤੇ ਸਹੀ ਗੱਲ ਕੀ ਹੈ। ਮੈਂ ਸਾਰੇ ਦਰਬਾਰੀਆਂ ਦੇ ਸਮੇਤ ਬਾਦਸ਼ਾਹ ਦੇ ਸਾਰਿਆਂ ਦੀ ਮੱਤ ਮਾਰ ਦਿਆਂਗਾ। ਕੋ ਦੁਖ ਭਇਓ ਸੁਨਾਵਨ ਕਰੀਏ ਹੈ, ਮੈਂ ਨਿਰਵਾਰੋਂ ਚਿੰਤ ਨ ਧਰੀਏ ਹੈ। ਤੁਹਾਨੂੰ ਕੀ ਦੁੱਖ ਆ ਪਿਆ ਹੈ।
ਪਹਿਲੇ ਮੈਨੂੰ ਦੁੱਖ ਦੱਸੋ, ਮੈਨੂੰ ਸੁਣਾਓ, ਮੈਂ ਤੁਹਾਡਾ ਹਰ ਦੁੱਖ ਹਰ ਚਿੰਤਾ ਨੂੰ ਦੂਰ ਕਰਾਂਗਾ। ਸੁਣ ਤਬ ਸਹਿਤ ਬਰਤੰਤੁ ਉਚਾਰਾ, ਹਿੰਦ ਗੁਰੂ ਸੰਗ ਬੈਰ ਹਮਾਰਾ। ਹੁਣ ਚੰਦੂ ਚੰਦਰਾ ਸਾਰਾ ਬਿਰਤਾਂਤ ਸੁਣਾਉਣ ਲੱਗਾ ਹੈ। ਕਹਿਣ ਲੱਗਾ ਹੈ, ਮੇਰਾ ਗੁਰੂ ਘਰ ਦੇ ਨਾਲ, ਗੁਰੂ ਨਾਨਕ ਦੇ ਘਰ ਦੇ ਨਾਲ। ਹਿੰਦ ਦਾ ਭਾਵ ਇੱਥੇ ਕਈਆਂ ਨੇ ਹਿੰਦੂ ਵੀ ਕੀਤਾ ਹੈ, ਪਰ ਸਤਿਗੁਰੂ ਮਹਾਰਾਜ ਤੇ ਸਾਰਿਆਂ ਦੇ ਸਮਰੱਥ ਸਾਂਝੇ ਗੁਰੂ ਨੇ। ਉਹਨਾਂ ਨੂੰ ਹਿੰਦੂ ਵੀ ਸਲਾਮ ਕਰਦੇ ਨੇ, ਮੁਸਲਮਾਨ ਵੀ ਸਲਾਮ ਕਰਦੇ ਨੇ, ਉਹਨਾਂ ਨੂੰ ਤੇ ਸਾਰੇ ਹੀ ਸਜਦਾ ਕਰਦੇ ਨੇ। ਸੋ ਜਗਤ ਦਾ ਮਾਲਕ ਗੁਰੂ ਨਾਨਕ, ਮੇਰਾ ਉਹਦੇ ਘਰ ਨਾਲ ਵੈਰ ਹੈ। ਤੇ ਇਸ ਪ੍ਰਕਾਰ ਕਹਿਣ ਲੱਗਾ, ਮੈਂ ਗੁਰੂ ਘਰ ਦੇ ਨਾਲ ਵੈਰ ਕਰਦਾ ਹਾਂ। ਤੁਝ ਤੇ ਪਰਦਾ ਨਾਹਿਨ ਰਾਖੂੰ, ਜਥਾ ਭਈ ਸਗਰੀ ਮੈਂ ਭਾਖੋਂ। ਮੈਂ ਕੋਈ ਵੀ ਤੁਹਾਡੇ ਤੋਂ ਪਰਦਾ ਨਹੀਂ ਰੱਖਾਂਗਾ, ਸਾਰੀ ਗੱਲ ਦੱਸਦਾ ਹਾਂ। ਗੁਰ ਅਰਜਨ ਕੋ ਸਦਨ ਉਤਾਰਾ, ਦੇਸ ਜਾਏ ਬੜ ਪੁਰਬ ਹਮਾਰਾ। ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਗੁਰੂ ਨਾਨਕ ਦੀ ਗੱਦੀ ਦੇ 5ਵੇਂ ਵਾਰਿਸ, ਜੋ ਗੁਰੂ ਨਾਨਕ ਦੀ ਗੱਦੀ ਦੇ 5ਵੇਂ ਰਹਿਬਰ ਸਨ, ਉਹਨਾਂ ਨੂੰ ਆਪਣੇ ਘਰ ਰੱਖਿਆ। ਬੜੇ ਤਸੀਹੇ ਦੇ ਕੇ ਉਹਨਾਂ ਨੂੰ ਮੈਂ ਖਤਮ ਕਰ ਦਿੱਤਾ। ਅਬ ਤਿਸ ਕੋ ਸੁਤ ਹਰ ਗੋਬਿੰਦ, ਕਰਿਓ ਸ਼ਾਹ ਸੋ ਮੇਲ ਬਿਲੰਦ। ਹੁਣ ਉਹਨਾਂ ਦਾ ਪੁੱਤਰ ਸਪੁੱਤਰ ਹਰਗੋਬਿੰਦ ਉਹਨਾਂ ਦਾ ਨਾਮ ਹੈ। ਉਹ ਬਾਦਸ਼ਾਹ ਦੇ ਨਾਲ ਬੜਾ ਜ਼ਿਆਦਾ ਮੇਲ ਮਿਲਾਪ ਉਸਨੇ ਬਣਾ ਲਿਆ ਹੈ। ਮੈਂ ਕਰਚਾਰੀ ਇਹਾਂ ਹਕਾਰਾ, ਆਏ ਆਪਨੋ ਕਾਜ ਸਵਾਰਾ। ਮੈਂ ਚੁਗਲੀ ਕਰਕੇ ਇੱਥੇ ਬੁਲਾਇਆ ਸੀ ਕਿ ਕਿਵੇਂ ਨਾ ਕਿਵੇਂ ਮੈਂ ਉਹਨਾਂ ਨੂੰ ਵੀ ਖਤਮ ਕਰਾਂਗਾ, ਪਰ ਉਹਨਾਂ ਦਾ ਬਾਦਸ਼ਾਹ ਦੇ ਨਾਲ ਜਿਵੇਂ ਮਿਲਾਪ ਵਧਿਆ ਹੈ, ਮੇਰਾ ਕਾਜ ਵਿਗੜ ਗਿਆ ਹੈ। ਤਿਸ ਕੋ ਹਿਤਿਓ ਚਹਿਤ ਮੈਂ ਅਬੈ, ਇਮ ਉਪਾਏ ਚਿਤਵਿਓ ਸੁਨ ਸਬੈ। ਮੈਂ ਕਿਸੇ ਵੀ ਹਾਲਤ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਨੂੰ ਖਤਮ ਕਰਨਾ ਚਾਹੁੰਦਾ ਹਾਂ। ਚੰਦੂ ਉਸ ਨਜੂਮੀਆਂ ਨੂੰ ਕਹਿੰਦਾ ਹੈ, ਕਿਸੇ ਵੀ ਹਾਲਤ ਵਿੱਚ। ਸੋ ਇਹਦੇ ਲਈ ਜਿਵੇਂ ਵੀ ਹੋਵੇ, ਮੈਂ ਹਰ ਹੱਦ ਤਾਈਂ ਜਾਣ ਨੂੰ ਤਿਆਰ ਹਾਂ, ਅਤੇ ਜਿਵੇਂ ਮੈਂ ਉਪਾਅ ਸੋਚਿਆ ਹੈ ਉਹ ਵੀ ਸੁਣ ਲਵੋ। ਤੂੰ ਕਰ ਸ਼ਾਹੋ ਸੰਗਿਆਸ ਬਾਤ, ਸਾਧ ਸਤੀ ਆਈ ਬਖਿਆਤ। ਕਿ ਤੁਸੀਂ ਹੁਣ ਜਾ ਕੇ ਕਿਵੇਂ ਨਾ ਕਿਵੇਂ ਬਾਦਸ਼ਾਹ ਨੂੰ ਮਿਲੋ, ਅਤੇ ਬਾਦਸ਼ਾਹ ਨੂੰ ਕਹੋ ਤੁਹਾਡੇ ਉੱਤੇ ਸਾਧ ਸਤੀ ਆਈ ਹੈ। ਸਾਧ ਸਤੀ ਜਿਹੜੀ ਇਹਦਾ ਭਾਵ ਹੈ, ਸਾਧ ਸਤੀ ਦਾ ਭਾਵ ਬਣਦਾ ਹੈ 7.5 ਵਰੇ ਜਾਂ 7.5 ਮਹੀਨੇ, 7.5 ਦਿਨ। ਭਾਵ ਇਹਦੇ ਵਿੱਚ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਸਾਡੀ ਕੌਮ ਦੇ ਵਿੱਚ ਆਪਾਂ ਇਹਨਾਂ ਵਿਚਾਰਾਂ ਨੂੰ ਨਹੀਂ ਮੰਨਦੇ, ਪਰ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਦਾਂ ਦੀਆਂ ਵਿਚਾਰਾਂ ਬਣਦੀਆਂ ਨੇ, ਜਿਵੇਂ ਜਹਾਂਗੀਰ ਮੰਨਦਾ ਸੀ ਇਹਨਾਂ ਚੀਜ਼ਾਂ ਨੂੰ। ਸੋ ਉਹ ਨਜੂਮੀ ਨੂੰ ਚੰਦੂ ਕਹਿਣ ਲੱਗਾ ਵੀ ਤੂੰ ਬਾਦਸ਼ਾਹ ਨੂੰ ਕਹਿ ਤੇਰੇ ਤੇ ਸਾੜ ਸਤੀ ਆਈ ਹੈ। ਇਹਦਾ ਉਪਾਅ ਕਰਨ ਦੇ ਲਈ ਮੈਂ ਸਾਰਾ ਕੁਝ ਤੈਨੂੰ ਸਮਝਾ ਦਿੰਦਾ ਹਾਂ। ਮੁਖ ਮੁਰਝਾਏ ਬਨਹੁ ਦਿਲ ਗੀਰ, ਜਿਸ ਤੇ ਸ਼ਾਹੋ ਧਰੇ ਨਹਿ ਤੀਰ। ਸੋ ਇਸ ਪ੍ਰਕਾਰ ਤੂੰ ਮੁਰਝਾਇਆ ਜਾਂ ਚਿਹਰਾ ਬਣਾ ਕੇ ਬਾਦਸ਼ਾਹ ਦੇ ਕੋਲ ਜਾਣਾ ਹੈ, ਬਾਦਸ਼ਾਹ ਨੂੰ ਮਿਲਣਾ ਹੈ। ਤੇ ਇਸ ਪ੍ਰਕਾਰ ਕਹਿੰਦੇ ਨੇ ਬਾਦਸ਼ਾਹ ਦੇ ਸਾਹਮਣੇ ਤੇਰਾ ਚਿਹਰਾ ਉਤਰਿਆ ਹੋਵੇ। ਮ੍ਰਿਤ ਕੋ ਭੈ ਦਿਖ ਰਾਵਨ ਕਰੀਏ ਹੈ, ਬੂਝੇ ਜਤਨ ਨ ਏਵ ਉਚਰੀਏ ਹੈ। ਸੋ ਜਿਸ ਨੂੰ ਵੇਖ ਕੇ ਬਾਦਸ਼ਾਹ ਆਪਣਾ ਧੀਰਜ ਖੋ ਬੈਠੇ, ਉਹ ਹੈਰਾਨ ਹੋ ਕੇ ਪੁੱਛੇ ਵੀ ਤੁਸੀਂ ਇੰਨੇ ਮੁਰਝਾਏ ਹੋਏ ਕਿਉਂ? ਤੇ ਚੰਦੂ ਕਹਿਣ ਲੱਗਾ ਫਿਰ ਤੁਸੀਂ ਬਾਦਸ਼ਾਹ ਨੂੰ ਕਹਿਣਾ ਹੈ, ਉਹਨੂੰ ਸਾੜ ਸਤੀ ਦੇ ਬਾਰੇ ਦੱਸਣਾ ਵੀ ਤੇਰੇ ਤੇ ਸਾੜ ਸਤੀ ਆਈ ਹੈ। ਜਿਵੇਂ ਕਿਵੇਂ ਵੀ ਬਾਦਸ਼ਾਹ ਨੂੰ ਮੌਤ ਦਾ ਭੈ ਵਿਖਾਉਣਾ ਹੈ। ਤੇ ਜੇ ਫਿਰ ਬਾਦਸ਼ਾਹ ਕਿਉਂ ਜਦੋਂ ਡਰ ਗਿਆ ਘਬਰਾ ਗਿਆ, ਉਹਨੇ ਉਪਾਅ ਪੁੱਛਣਾ ਹੈ। ਜਿਸ ਵੇਲੇ ਬਾਦਸ਼ਾਹ ਉਪਾਅ ਪੁੱਛੇ ਉਸ ਵੇਲੇ ਫਿਰ ਇੰਜ ਕਹਿਣਾ ਹੈ,
ਹਰਗੋਬਿੰਦ ਆਖਿਆ ਬਖਿਆਤ, ਸੋਢੀ ਹੋਏ ਸੋ ਖੱਤਰੀ ਜਾਤ। ਕੋਈ ਖੱਤਰੀ ਕੁਲ, ਸੋਢੀ ਕੁਲ ਦਾ ਖੱਤਰੀ ਹੋਵੇ, ਸੋਢੀ ਕੁਲ ਦਾ ਖੱਤਰੀ ਹੋਵੇ। ਇੱਥੇ ਕਵੀ ਜੀ ਨੇ ਤੇ ਇਥੋਂ ਤੱਕ ਵੀ ਬਿਆਨ ਕੀਤਾ ਹੈ ਵੀ ਇਹ ਵੀ ਕਹਿ ਦੇਣਾ ਨਾਮ ਹਰਗੋਬਿੰਦ ਹੋਵੇ, ਨਾਮ ਹਰਗੋਬਿੰਦ ਹੋਵੇ। ਤੋ ਇਸ ਪ੍ਰਕਾਰ ਕਹਿੰਦੇ ਨੇ, ਹਿਤ ਤੁਮਰੇ ਸੋ ਫੇਰ ਹੈ ਮਾਲਾ, ਥਲ ਗੁਲੇਰ ਮਹਿ ਬੈਠ ਨਿਰਾਲਾ। ਸੋ ਉਹ ਤੁਹਾਡੇ ਹਿਤ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਮਾਲਾ ਫੇਰੇ, ਸਾੜ ਸਤੀ ਨੂੰ ਟਾਲਣ ਦੇ ਲਈ। ਸੰਖੇਪ ਵਿੱਚ ਇੱਥੇ ਥੋੜਾ ਜਿਹਾ ਸਿੱਧਾ ਲਿਖਿਆ ਹੈ ਕਵੀ ਜੀ ਨੇ। ਪੂਰੀ ਵਿਚਾਰ ਜਿਵੇਂ ਚੱਲਦੀ ਆ ਰਹੀ ਹੈ ਵੀ ਇਸ ਤਰ੍ਹਾਂ ਤਰੀਕੇ ਨਾਲ ਬਾਦਸ਼ਾਹ ਨੂੰ ਅੱਗੇ ਜਾ ਕੇ ਸਮਝਾਇਆ ਜਾਵੇਗਾ, ਜਿਵੇਂ ਇਹ ਨਜੂਮੀਆਂ ਸਿਖਾਵੇਗਾ ਵੀ ਗਵਾਲੀਅਰ ਦਾ ਕਿਲਾ ਕਿਉਂ ਚੁਣਿਆ, ਵੀ ਉੱਥੇ ਬੜੀ ਸ਼ਾਂਤੀ ਹੈ, ਉੱਥੇ ਹੋਰ ਕੈਦੀ ਰਾਜੇ ਨੇ, ਉਹਨਾਂ ਤੋਂ ਇਲਾਵਾ ਹੋਰ ਕੋਈ ਉੱਥੇ ਆਉਂਦਾ ਜਾਂਦਾ ਨਹੀਂ ਹੈ। ਇੱਕ ਸ਼ਾਂਤ ਸਥਾਨ ਤੇ ਬੈਠ ਕੇ ਬਾਦਸ਼ਾਹ ਦੇ ਲਈ ਕੋਈ ਜਪ ਤਪ ਕਰੇ, ਸੋਢੀ ਕੁਲ ਦਾ ਖੱਤਰੀ ਹੋਵੇ, ਮਹਾਨ ਵੱਡੇ ਭਾਗਾਂ ਵਾਲਾ ਜਪੀ ਤਪੀ ਹੋਵੇ, ਫੇਰ ਜਾ ਕੇ ਇਹ ਸਾੜ ਸਤੀ ਟਲਣੀ ਹੈ। ਸੋ ਇਹ ਸਾਰੀ ਦੁਰਨੀਤੀ ਜਿਹੜੀ ਹੈ ਚੰਦੂ ਨੇ ਆਪਣੇ ਅੰਦਰੋਂ ਆਪਣੇ ਮਾੜੇ ਵਿਚਾਰ ਜਿਵੇਂ ਉਹਨੇ ਗੰਢੇ ਹੋਏ ਸਨ ਉਹ ਸਾਰੇ ਰੱਖ ਦਿੱਤੇ ਨੇ ਨਜੂਮੀਆਂ ਕੋਲੇ, ਵੀ ਇਸ ਤਰ੍ਹਾਂ ਦੇ ਨਾਲ ਬਾਦਸ਼ਾਹ ਨੂੰ ਭਰਮਾਉਣਾ ਹੈ। ਇਹਦੀ ਮਾੜੀ ਸੋਚ ਸੀ ਵੀ ਇੱਕ ਵਾਰ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ, ਜਿਵੇਂ ਪੰਚਮ ਪਾਤਸ਼ਾਹ ਇੱਕ ਵਾਰ ਮੇਰੇ ਕਬਜ਼ੇ ਵਿੱਚ ਆ ਗਏ ਸਨ, ਮੇਰੀ ਗ੍ਰਿਫ ਵਿੱਚ ਆ ਗਏ ਸਨ ਤੇ ਮੈਂ ਮਨ ਮਰਜ਼ੀ ਕੀਤੀ। ਫਿਰ ਬਾਦਸ਼ਾਹ ਨੇ ਫਿਰ ਕਿਹੜਾ ਪੁੱਛਿਆ ਦੱਸਿਆ। ਇਸੇ ਤਰ੍ਹਾਂ ਇੱਕ ਵਾਰ ਮੇਰੀ ਗ੍ਰਿਫ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ, ਮੈਂ ਮਨ ਮਰਜ਼ੀ ਦੇ ਨਾਲ ਇਹਨਾਂ ਨੂੰ ਮੁਕਾ ਦਿਆਂਗਾ। ਇਹ ਚੰਦੂ ਦੀ ਦੁਸ਼ਟ ਨੀਤੀ ਹੈ। ਸੋ ਸਤਿਗੁਰੂ ਮਹਾਰਾਜ ਤੇ ਆਪ ਵਿਧ ਬਣਾ ਰਹੇ ਨੇ, ਕਿਉਂਕਿ ਬੰਦੀ ਛੋੜ ਦਿਵਸ 52 ਕੈਦੀ ਰਾਜਿਆਂ ਦੀ ਰਿਹਾਈ। ਅਸਲ ਵਿੱਚ ਤੇ ਇਹ ਸੀ, ਉਹਨਾਂ ਵਿੱਚ ਕਈ ਤੇ ਐਸੇ ਧਰਮੀ ਹੋਣਗੇ ਜਿਹੜੇ ਉਸ ਪਰਮਾਤਮਾ ਦੇ ਭਰੋਸੇ ਬੈਠੇ ਹੋਣਗੇ, ਕਿਉਂਕਿ ਹੋਰ ਨਿਕਲਦਾ ਉਹਨਾਂ ਦੇ ਕੋਈ ਰਾਹ ਨਹੀਂ ਸੀ। ਇੱਕੋ ਇੱਕ ਆਸਰਾ ਉਸ ਨਿਰੰਕਾਰ ਦਾ ਲਿਆ ਸੀ। ਕਈ ਰਾਜੇ ਰੋਜ਼ ਅਰਦਾਸਾਂ ਕਰਦੇ ਸੀ, ਕੋਈ ਚਮਤਕਾਰ ਹੀ ਹੋਵੇ ਤੇ ਅਸੀਂ ਰਿਹਾ ਹੋ ਸਕਦੇ ਹਾਂ। ਸਤਿਗੁਰੂ ਤੇ ਉਹਨਾਂ ਦੀ ਅਰਦਾਸਾਂ ਪੂਰੀਆਂ ਕਰਨ ਆਏ ਨੇ। ਦੁਸ਼ਟ ਚੰਦੂ ਵਰਗੇ ਕੀ ਜਾਣਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਵਡਿਆਈ ਨੂੰ। ਸੋ ਚੰਦੂ ਨੇ ਇਹ ਸਾਰਾ ਕੁਝ ਨਜੂਮੀਏ ਨੂੰ ਸਿਖਾਇਆ ਹੈ। ਜਿਵੇਂ ਜਿਵੇਂ ਆਪ ਜੀ ਨੇ ਸਰਵਣ ਕੀਤਾ ਤਿਵੇਂ ਤਿਵੇਂ ਜਾ ਕੇ ਨਜੂਮੀਏ ਨੇ ਬਾਦਸ਼ਾਹ ਨੂੰ ਕਿਹਾ ਸੀ, ਤੇ ਬਾਦਸ਼ਾਹ ਨੇ ਜਦੋਂ ਸੁਣਿਆ ਵੀ ਸਾੜ ਸਤੀ ਆਈ ਹੈ ਤੇ ਹੋਰ ਜਿਹੜੇ ਨਾਲ ਚੰਦੂ ਦੇ ਸਿਖਾਏ, ਜਿਨ੍ਹਾਂ ਨੂੰ ਚੰਦੂ ਨੇ ਰਿਸ਼ਵਤ ਦਿੱਤੀ ਸੀ, ਕੁਝ ਹੋਰ ਖਰੇ ਸੀ, ਉਹ ਵੀ ਹੈਰਾਨ ਹੋਏ ਵੀ ਸਾੜ ਸਤੀ ਦਾ ਤੇ ਉਪਾਅ ਚਾਹੀਦਾ ਹੈ। ਉਪਾਅ ਕੀ ਹੈ? ਕੋਈ ਸੋਢੀ ਕੁਲ ਦਾ ਖੱਤਰੀ ਹੋਵੇ, ਤੁਹਾਡੇ ਲਈ ਬੰਦਗੀ ਕਰੇ ਇਕਾਂਤ ਵਿੱਚ ਬਹਿ ਕੇ। ਗਵਾਲੀਅਰ ਤੋਂ ਚੰਗੀ ਇਕਾਂਤ ਵਾਸਤੇ ਕੋਈ ਥਾਂ ਨਹੀਂ ਹੈ। ਤੇ ਇਸ ਤਰ੍ਹਾਂ ਬਾਦਸ਼ਾਹ ਨੂੰ ਸੋਚਦਾ ਵੀ ਐਦਾਂ ਦਾ ਮਨੁੱਖ ਲੱਭਾਂਗੇ ਕਿੱਥੇ। ਤੇ ਉਹ ਜਿਹੜੇ ਸਿੱਖੇ ਸਿਖਾਏ ਕਹਿੰਦੇ ਦੂਰ ਕਿਉਂ ਜਾਣਾ, ਗੁਰੂ ਹਰਗੋਬਿੰਦ ਜੀ ਸੋਢੀ ਕੁਲ ਦੇ ਨੇ, ਬੰਦਗੀ ਵਿੱਚ ਉਹਨਾਂ ਦੇ ਮਹਾਨ ਕੋਈ ਹੋ ਨਹੀਂ ਸਕਦਾ। ਸਾਰੇ ਉਹਨਾਂ ਦੇ ਪਿਆਰ ਵਾਲੇ ਸਿੱਖ ਉਹਨਾਂ ਨੂੰ ਗੁਰੂ ਜੀ ਮੰਨਦੇ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਗੁਰੂ ਨਾਨਕ ਦੀ ਉਹਨਾਂ ਵਿੱਚ ਜੋਤ ਹੈ। ਔਰ ਕਵੀ ਜੀ ਕਹਿੰਦੇ ਨੇ ਪਹਿਲੇ ਬਾਦਸ਼ਾਹ ਦਾ ਮਨ ਨਹੀਂ ਸੀ ਮੰਨਦਾ ਵੀ ਉਹ ਤੇ ਸਾਡੇ ਸਤਿਕਾਰਤ ਮਹਿਮਾਨ ਨੇ, ਕੋਈ ਹੋਰ ਹੋਵੇ ਤੇ ਦੇਖੋ, ਕੋਈ ਹੋਰ ਇਦਾਂ ਦਾ ਹੋਵੇ ਤੇ ਇਦਾਂ ਦਾ ਲੱਭਣਾ ਹੋਰ ਕੋਈ ਮੁਸ਼ਕਿਲ ਹੈ, ਜਿਹੜਾ ਜਪੀ ਤਪੀ ਹੋਵੇ ਤੇ ਇਸੇ ਕੁੱਲ ਵਿੱਚ ਹੋਵੇ। ਸੋ ਇਸ ਤਰ੍ਹਾਂ ਸਾਰੇ ਇਹਨਾਂ ਦੀ ਬਣਾਈ ਹੋਈ ਜਿਵੇਂ ਵਿਚਾਰ ਸੀ, ਤਿਵੇਂ ਗੁਰੂ ਸਾਹਿਬ ਜੀ ਦੇ ਕੋਲੇ ਰਾਜੇ ਦੀ ਬੇਨਤੀ ਪਹੁੰਚੀ ਹੈ ਸਤਿਗੁਰੂ ਮਹਾਰਾਜ ਕੋਲੇ, ਤੇ ਉਹਨਾਂ 52 ਕੈਦੀਆਂ ਦੀਆਂ ਅਰਦਾਸਾਂ ਕਦੋਂ ਦੀਆਂ ਪਹੁੰਚੀਆਂ ਹੋਈਆਂ ਸੀ। ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਜਾਣ ਦੇ ਲਈ ਤਿਆਰ ਹੋ ਗਏ। ਸਤਿਗੁਰੂ ਮੌਜ ਦੇ ਨਾਲ ਜਾ ਰਹੇ ਨੇ, ਉਹਨਾਂ ਦੀ ਰਜਾਈ ਦੇ ਵਿੱਚ। ਦੁਸ਼ਟ ਚੰਦੂ ਸੋਚਦਾ ਹੈ ਵੀ ਮੇਰੀ ਚਾਲ ਕਾਮਯਾਬ ਹੋ ਰਹੀ ਹੈ। ਕਿਵੇਂ ਗਵਾਲੀਅਰ ਦੇ ਕਿਲੇ ਵਿੱਚ
ਉਹਨਾਂ 52 ਕੈਦੀ ਰਾਜਿਆਂ ਨੂੰ ਮਹਿਸੂਸ ਹੋਵੇਗਾ ਜਿਵੇਂ ਡੁੱਬਦੇ ਨੂੰ ਸਹਾਰਾ ਮਿਲ ਗਿਆ ਹੋਵੇ। ਕੱਲ ਨੂੰ ਆਪਾਂ ਸਰਵਣ ਕਰਾਂਗੇ ਜੀ ਇਸ ਤੋਂ ਅਗਲੀ ਵਿਚਾਰ ਗਵਾਲੀਅਰ ਦੇ ਕਿਲੇ ਵਿੱਚ ਕਿਵੇਂ ਸਤਿਗੁਰੂ ਮਹਾਰਾਜ ਜੀ ਵਿਚਰਦੇ ਨੇ। ਭੁੱਲਾਂ ਚੁੱਕਾਂ ਦੀ ਸ਼ਮਾ। 2 ਦਿਨ ਰਹਿ ਗਏ ਨੇ ਬੰਦੀ ਛੋੜ ਦਿਵਸ ਵਿੱਚ। ਆਉਣ ਵਾਲੇ ਦਿਨਾਂ ਵਿੱਚ ਇਤਿਹਾਸ ਦੀ ਹੋਰ ਲੜੀ ਸ਼ੁਰੂ ਕਰਾਂਗੇ। ਇਸ ਲਈ ਇੱਥੋਂ ਆਪਾਂ ਸੰਖੇਪ ਵਿੱਚ ਸਾਰੀ ਵਿਚਾਰ ਨੂੰ ਹੋਰ ਵੀ ਵਿਦਵਾਨਾਂ ਦੇ ਪੱਖ ਤੋਂ ਸਾਹਮਣੇ ਰੱਖਾਂਗੇ। ਸਤਿਗੁਰੂ ਮਹਾਰਾਜ ਜੀ ਮਿਹਰ ਕਰਨ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰਮਤਿ ਪ੍ਰਚਾਰ ਹਿਤ ਸਾਡੇ ਸ਼ੇਰੇ ਪੰਜਾਬ ਗੁਰਬਾਣੀ ਚੈਨਲ ਤੇ ਇਹ ਲੜੀਵਾਰ ਕਥਾ ਦਾ ਪ੍ਰਸਾਰਣ ਦਿਖਾਇਆ ਜਾਂਦਾ ਹੈ। ਆਪ ਜੀ ਦੇਖ ਕੇ ਅੱਗੇ ਭੇਜ ਕੇ ਸਾਰੇ ਲਾਹੇ ਲਓ ਜੀ। ਭੁੱਲਾਂ ਚੁੱਕਾਂ ਦੀ ਸ਼ਮਾ। ਆਖਰੀ ਪੰਕਤੀਆਂ ਸਰਵਣ ਕਰੋ। ਸਮਾਪਤੀ ਹੈ ਜੀ। ਮੁਖ ਮੁਰਝਾਏ ਬਨਹੁ ਦਿਲਗੀਰ, ਜਿਹਤੇ ਛਾਹੋ ਧਰੈ ਨਹਿ ਧੀਰ। ਮ੍ਰਿਤ ਕੋ ਭੈ ਦਿਖ ਰਾਵਨ ਕਰੀਐ ਹੈ, ਬੂਝੈ ਜਤਨਤਾ ਏਵ ਉਚਰੀਐ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।